ਸਤਿ ਸ਼੍ਰੀ ਅਕਾਲ ਦੋਸਤੋ, ਚੈਨਲ ਟੂਡੇ ਪੰਜਾਬ ਨਿਊਜ਼ ਦੇਖ ਰਹੇ ਸਾਰੇ ਹੀ ਸਰੋਤਿਆਂ ਦਾ ਸਵਾਗਤ ਕਰਦੇ ਹਾਂ ਜੀ। ਦੋਸਤੋ, ਸੂਬੇ ਪੰਜਾਬ ਤੇ ਦੇਸ਼ ਦੀਆਂ ਖਾਸ ਤੇ ਵੱਡੀਆਂ ਖਬਰਾਂ ਦਾ ਪ੍ਰਾਈਮ ਟਾਈਮ ਲੈ ਕੇ ਹਾਜ਼ਰ ਹੋ ਗਏ ਹਾਂ ਜੀ। ਖਬਰਾਂ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਇੱਕ ਨਜ਼ਰ ਮਾਰਾਂਗੇ ਚੋਣਵੀਆਂ ਖਬਰਾਂ ਤੇ। ਪੰਜਾਬ ਵਿੱਚ ਕਰੋਨਾ ਨਾਲ ਹੋਈਆਂ 63 ਮੌਤਾਂ, 2997 ਨਵੇਂ ਮਾਮਲੇ ਆਏ ਸਾਹਮਣੇ। ਕੇਂਦਰ ਨੇ ਕਿਸਾਨਾਂ ਨੂੰ ਦਿੱਤਾ ਇੱਕ ਹੋਰ ਝਟਕਾ, ਇਫਕੋ ਨੇ ਡੀਏਪੀ ਦੀ ਕੀਮਤ 1200 ਤੋਂ ਵਧਾ ਕੇ ਕੀਤੀ 1900 ਰੁਪਏ। ਪੰਜਾਬ 'ਚ ਵੈਕਸੀਨੇਸ਼ਨ ਤੇਜ਼ ਕਰਨ ਲਈ ਪੰਜਾਬ, ਦਿੱਲੀ ਤੇ ਮਹਾਰਾਸ਼ਟਰ ਦੇ ਪ੍ਰਿੰਸੀਪਲ ਸਕੱਤਰਾਂ ਨੂੰ ਲਿਖੀ ਚਿੱਠੀ। ਪੀਐਮ ਮੋਦੀ ਦਾ ਵੱਡਾ ਐਲਾਨ, ਅਗਲੇ ਸਾਲ ਤੱਕ ਮਿਲੇਗਾ ਸਭ ਨੂੰ ਘਰ। ਕੁੱਲ 2 ਕਰੋੜ 40 ਲੱਖ ਬੇਘਰੇ ਲੋਕਾਂ ਦੀ ਕੀਤੀ ਗਈ ਨਿਸ਼ਾਨਦੇਹੀ। ਕਿਸਾਨ ਅੰਦੋਲਨ ਦੌਰਾਨ ਜਾਨ ਗਵਾਉਣ ਵਾਲੇ ਕਿਸਾਨਾਂ ਲਈ ਸ਼ਹੀਦ ਸਮਾਰਕ ਦੀ ਰੱਖੀ ਨੀਂਹ। ਹੁਣ ਏਅਰਟੈਲ ਦੇ ਸਹਾਰੇ ਦਿੱਲੀ ਮੁੰਬਈ ਵਿੱਚ ਆਪਣੀ ਹੋਂਦ ਨੂੰ ਹੋਰ ਮਜ਼ਬੂਤ ਕਰਨ ਜਾ ਰਹੀ ਹੈ ਰਿਲਾਇੰਸ ਜੀਓ। ਅਡਾਨੀ ਦੀ ਕੰਪਨੀ ਤੋਂ ਖਫਾ ਨਿਊਜ਼ੀਲੈਂਡ ਦੀ ਗ੍ਰੀਨ ਪਾਰਟੀ, ਸਰਕਾਰ ਨੇ ਵੀ ਮੰਗਿਆ ਨਿਵੇਸ਼ ਕਰਨ ਵਾਲੇ ਅਦਾਰੇ ਤੋਂ ਜਵਾਬ। ਅਰਬਪਤੀਆਂ ਦੇ ਮਾਮਲੇ ਵਿੱਚ ਭਾਰਤ ਹੁਣ ਆਇਆ ਤੀਜੇ ਨੰਬਰ ਤੇ। ਜੀ ਦੋਸਤੋ, ਤੁਹਾਨੂੰ ਛੋਟੀ ਜੀ ਬੇਨਤੀ ਕਰਦੇ ਹਾਂ ਜੀ, ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਜੋ ਸੂਬੇ ਪੰਜਾਬ ਤੇ ਦੇਸ਼ ਦੀਆਂ ਖਬਰਾਂ ਦੀ ਤੁਹਾਨੂੰ ਜਾਣਕਾਰੀ ਮਿਲ ਸਕੇ। ਦੋਸਤੋ, ਗੱਲ ਕਰਾਂਗੇ ਪੰਜਾਬ ਵਿੱਚ ਕਰੋਨਾ ਵਾਇਰਸ ਨੂੰ ਲੈ ਕੇ। ਪੰਜਾਬ ਵਿੱਚ ਕਰੋਨਾ ਨਾਲ ਹੋਈਆਂ 63 ਮੌਤਾਂ। ਪੰਜਾਬ ਵਿੱਚ ਇਨਫੈਕਸ਼ਨ ਦੇ ਗ੍ਰਾਫ ਵਿੱਚ ਉਛਾਲ ਜਾਰੀ ਹੈ। ਬੁੱਧਵਾਰ ਨੂੰ 2997 ਨਵੇਂ ਮਾਮਲੇ ਸਾਹਮਣੇ ਆਏ ਨੇ ਤੇ 63 ਲੋਕਾਂ ਦੀ ਕਰੋਨਾ ਕਾਰਨ ਮੌਤ ਵੀ ਹੋ ਚੁੱਕੀ ਹੈ। 2959 ਲੋਕਾਂ ਨੇ ਕਰੋਨਾ ਨੂੰ ਮਾਤ ਵੀ ਦਿੱਤੀ। ਇਸ ਦੇ ਨਾਲ ਹੀ ਟੀਕਾਕਰਨ ਦੀ ਰਫ਼ਤਾਰ ਨੇ ਵੀ ਜ਼ੋਰ ਫੜ ਲਿਆ ਹੈ। ਬੁੱਧਵਾਰ ਨੂੰ 75,493 ਲੋਕਾਂ ਨੂੰ ਟੀਕਾ ਵੀ ਲਗਾਇਆ ਗਿਆ। ਸਿਹਤ ਵਿਭਾਗ ਮੁਤਾਬਕ ਪਿਛਲੇ 24 ਘੰਟਿਆਂ ਵਿੱਚ ਲੁਧਿਆਣਾ ਵਿੱਚ ਸਭ ਤੋਂ ਜ਼ਿਆਦਾ 415 ਨਵੇਂ ਮਾਮਲੇ ਸਾਹਮਣੇ ਆਏ ਹਨ, ਜਦਕਿ ਜਲੰਧਰ ਵਿੱਚ 345, ਪਟਿਆਲਾ ਵਿੱਚ 337, ਮੋਹਾਲੀ ਵਿੱਚ 336, ਅੰਮ੍ਰਿਤਸਰ ਵਿੱਚ 325, ਕਪੂਰਥਲਾ ਵਿੱਚ 187, ਬਠਿੰਡਾ ਵਿੱਚ 156, ਰੂਪਨਗਰ ਵਿੱਚ 136, ਹੁਸ਼ਿਆਰਪੁਰ ਵਿੱਚ 132 ਤੇ ਗੁਰਦਾਸਪੁਰ ਵਿੱਚ 109 ਨਵੇਂ ਮਰੀਜ਼ ਮਿਲੇ ਹਨ। ਕਰੋਨਾ ਨਾਲ ਮੋਹਾਲੀ ਵਿੱਚ ਸਭ ਤੋਂ ਜ਼ਿਆਦਾ 9, ਅੰਮ੍ਰਿਤਸਰ ਤੇ ਹੁਸ਼ਿਆਰਪੁਰ ਵਿੱਚ 7-7, ਰੂਪਨਗਰ ਤੇ ਪਟਿਆਲਾ ਵਿੱਚ 6-6 ਕਰੋਨਾ ਮਰੀਜ਼ਾਂ ਨੇ ਦਮ ਵੀ ਤੋੜ ਦਿੱਤਾ ਹੈ। ਪੰਜਾਬ ਵਿੱਚ ਹੁਣ ਤੱਕ ਮ੍ਰਿਤਕਾਂ ਦੀ ਕੁੱਲ ਗਿਣਤੀ 7278 ਤੱਕ ਪਹੁੰਚ ਗਈ ਹੈ। ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਦਿੱਤਾ ਇੱਕ ਹੋਰ ਝਟਕਾ। ਖੇਤੀ ਕਾਨੂੰਨਾਂ ਖਿਲਾਫ ਦਿੱਲੀ ਹੱਦਾਂ ਤੇ ਡਟੇ ਬੈਠੇ ਕਿਸਾਨਾਂ ਖਿਲਾਫ ਕੇਂਦਰ ਸਰਕਾਰ ਨਿੱਤ ਗੁੱਸੇ ਤੇ ਗੁੱਸਾ ਕੱਢ ਰਹੀ ਹੈ। ਕਿਸਾਨੀ ਤੇ ਆਰਥਿਕ ਹਥੌੜਾ ਮਾਰਦੇ ਹੋਏ ਕੇਂਦਰ ਸਰਕਾਰ ਦੇ ਅਰਧ ਸਰਕਾਰੀ ਅਦਾਰੇ ਇਫਕੋ ਨੇ ਡੀਏਪੀ ਖਾਦ ਦੀਆਂ ਕੀਮਤਾਂ ਵਿੱਚ ਕਰੀਬ 40% ਵਾਧਾ ਕਰ ਦਿੱਤਾ ਹੈ। ਹੁਣ ਨਵੇਂ ਰੇਟ ਲਾਗੂ ਹੋਣ ਨਾਲ ਇਫਕੋ ਦਾ ਡੀਏਪੀ ਖਾਦ ਪ੍ਰਤੀ 50 ਕਿਲੋ ਬੈਗ 1900 ਰੁਪਏ ਵਿੱਚ ਮੁਹੱਈਆ ਹੋਵੇਗਾ। ਪਹਿਲਾਂ ਇਹ 50 ਕਿਲੋ ਦਾ ਬੈਗ 1200 ਰੁਪਏ ਵਿੱਚ ਮਿਲਦਾ ਸੀ। ਇਫਕੋ ਦੇ ਮਾਰਕੀਟਿੰਗ ਡਾਇਰੈਕਟਰ ਜੋਗਿੰਦਰ ਕੁਮਾਰ ਦੇ ਦਸਤਖਤਾਂ ਵਾਲਾ ਪੱਤਰ ਬੀਤੇ ਕੱਲ੍ਹ 7 ਅਪ੍ਰੈਲ 2021 ਨੂੰ ਜਾਰੀ ਕੀਤਾ ਗਿਆ, ਜਦਕਿ ਵਧੀਆਂ ਨਵੀਆਂ ਦਰਾਂ 1 ਅਪ੍ਰੈਲ 2021 ਤੋਂ ਹੀ ਲਾਗੂ ਕਰ ਦਿੱਤੀਆਂ ਗਈਆਂ ਹਨ। ਪੰਜਾਬ ਦੀ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਆਈ ਕਰੋਨਾ ਪੌਜ਼ਿਟਿਵ। ਪੰਜਾਬ ਦੀ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਦੀ ਰਿਪੋਰਟ ਕਰੋਨਾ ਪੌਜ਼ਿਟਿਵ ਆ ਚੁੱਕੀ ਹੈ। ਉਹਨਾਂ ਦੇ ਨਾਲ ਉਹਨਾਂ ਦੇ ਓਐਸਡੀ ਅਰਵਿੰਦ ਸਿੰਘ ਟੂਨਾ ਵੀ ਕਰੋਨਾ ਪੌਜ਼ਿਟਿਵ ਪਾਏ ਗਏ ਹਨ। ਉਹ ਆਪਣੇ ਚੰਡੀਗੜ੍ਹ ਘਰ ਵਿੱਚ ਆਈਸੋਲੇਟ ਹੋ ਗਏ ਨੇ। ਪੰਜਾਬ ਵਿੱਚ ਵੈਕਸੀਨੇਸ਼ਨ ਤੇਜ਼ ਕਰਨ ਲਈ ਕੇਂਦਰ ਸਰਕਾਰ ਦੇ ਆਦੇਸ਼। ਕੇਂਦਰ ਸਰਕਾਰ ਨੇ ਪੰਜਾਬ, ਮਹਾਰਾਸ਼ਟਰ ਤੇ ਦਿੱਲੀ ਸਰਕਾਰਾਂ ਨੂੰ ਕਿਹਾ ਹੈ ਕਿ ਉਹ ਸਿਹਤ ਕਾਮਿਆਂ ਸਮੇਤ ਸਾਰੇ ਯੋਗ ਲੋਕਾਂ ਨੂੰ ਟੀਕਾਕਰਨ ਦੇ ਕੰਮ ਵਿੱਚ ਤੇਜ਼ੀ ਲਿਆਵੇ। ਪੰਜਾਬ, ਦਿੱਲੀ ਤੇ ਮਹਾਰਾਸ਼ਟਰ ਦੇ ਪ੍ਰਿੰਸੀਪਲ ਸਕੱਤਰਾਂ ਨੂੰ ਲਿਖੇ ਪੱਤਰ ਵਿੱਚ ਐਡੀਸ਼ਨਲ ਸਿਹਤ ਸਕੱਤਰ ਮਨੋਹਰ ਅਗਨਾਨੀ ਨੇ ਕਿਹਾ ਕਿ ਇਹਨਾਂ ਸੂਬਿਆਂ ਦਾ ਪ੍ਰਦਰਸ਼ਨ ਕੌਮੀ ਔਸਤ ਤੋਂ ਬਹੁਤ ਘੱਟ ਹੈ ਤੇ ਇਸ ਵਿੱਚ ਸੁਧਾਰ ਦੀ ਬਹੁਤ ਜ਼ਿਆਦਾ ਲੋੜ ਹੈ। ਉਹਨਾਂ ਕਿਹਾ ਕਿ ਉਹ ਕੋਵਿਡ-19 ਵੈਕਸੀਨੇਸ਼ਨ ਦੀ ਮੁਹਿੰਮ ਵਿੱਚ ਤੇਜ਼ੀ ਲਿਆਉਣ ਤੇ ਆਪਣੇ ਸੂਬਿਆਂ ਵਿੱਚ ਵੱਧ ਤੋਂ ਵੱਧ ਲੋਕਾਂ ਨੂੰ ਟੀਕਾਕਰਨ ਵਿੱਚ ਸ਼ਾਮਲ ਕਰਨ। ਅਗਨਾਨੀ ਨੇ ਪੱਤਰ ਅਜਿਹੇ ਸਮੇਂ ਲਿਖਿਆ ਜਦੋਂ ਕੇਂਦਰੀ ਸਿਹਤ ਮੰਤਰੀ ਹਰਸ਼ ਵਰਧਨ ਨੇ ਆਪਣੇ ਸਖਤ ਬਿਆਨ ਵਿੱਚ ਕਿਹਾ ਸੀ ਕਿ ਮਹਾਰਾਸ਼ਟਰ ਤੇ ਕੁਝ ਹੋਰ ਸੂਬੇ ਆਪਣੀਆਂ ਨਾਕਾਮੀਆਂ ਨੂੰ ਲੁਕਾਉਣ ਲਈ ਲੋਕਾਂ 'ਚ ਡਰ ਪੈਦਾ ਕਰ ਰਹੇ ਹਨ ਤੇ ਯੋਗ ਲੋਕਾਂ ਦੀ ਵੈਕਸੀਨੇਸ਼ਨ ਕੀਤੇ ਬਿਨਾਂ ਹੀ ਹੋਰ ਵੈਕਸੀਨੇਸ਼ਨ ਦੀ ਮੰਗ ਕਰ ਰਹੇ ਨੇ। ਮੋਦੀ ਦਾ ਵੱਡਾ ਬਿਆਨ, ਅਗਲੇ ਸਾਲ ਤੱਕ ਮਿਲੇਗਾ ਸਭ ਨੂੰ ਘਰ।
ਗਰੀਬਾਂ ਨੂੰ ਸਿਰ ਤੇ ਪੱਕੀ ਛੱਤ ਦੇਣ ਦੀ ਯੋਜਨਾ ਸਭ ਨੂੰ ਘਰ ਦੇ ਪਹਿਲੇ ਪੜਾਅ 'ਚ 92% ਮਕਾਨ ਬਣਾ ਦਿੱਤੇ ਗਏ ਹਨ। ਸਾਲ 2022 ਤੱਕ ਸਭ ਨੂੰ ਪੱਕੇ ਮਕਾਨ ਦੇਣ ਦੀ ਯੋਜਨਾ ਦੇ ਸਮੇਂ ਤੋਂ ਪੂਰਾ ਹੋਣ ਦਾ ਅੰਦਾਜ਼ਾ ਹੈ। ਪੇਂਡੂ ਵਿਕਾਸ ਮੰਤਰਾਲੇ ਦਾ ਅੰਦਾਜ਼ਾ ਹੈ ਕਿ ਅੰਮ੍ਰਿਤ ਮਹਾਉਤਸਵ ਦੇ ਪੂਰਾ ਹੋਣ ਨਾਲ ਹੀ ਗਰੀਬਾਂ ਨੂੰ ਪੱਕਾ ਮਕਾਨ ਦੇਣ ਦੀ ਉਡੀਕ ਖਤਮ ਹੋ ਜਾਵੇਗੀ। ਚਾਲੂ ਵਿੱਤੀ ਵਰ੍ਹੇ 2021-22 ਵਿੱਚ ਕੁੱਲ 2 ਕਰੋੜ 95 ਲੱਖ ਘਰਾਂ ਦਾ ਨਿਰਮਾਣ ਕਰ ਲਿਆ ਜਾਵੇਗਾ। ਸਮਾਜਿਕ ਆਰਥਿਕ ਸਰਵੇਖਣ 2011 ਵਿੱਚ ਕੁੱਲ 2 ਕਰੋੜ 41 ਲੱਖ ਬੇਘਰ ਲੋਕਾਂ ਦੀ ਨਿਸ਼ਾਨਦੇਹੀ ਕੀਤੀ ਗਈ ਸੀ। ਇਨ੍ਹਾਂ ਵਿੱਚੋਂ 92% ਯਾਨੀ ਕਿ 1 ਕਰੋੜ 92 ਲੱਖ ਲੋਕਾਂ ਦੇ ਮਕਾਨ ਮਨਜ਼ੂਰ ਕਰ ਲਏ ਗਏ ਹਨ, ਜਦਕਿ 71% ਲੋਕਾਂ ਨੂੰ ਮਕਾਨ ਦੀ ਚਾਬੀ ਵੀ ਸੌਂਪ ਦਿੱਤੀ ਗਈ। ਸਾਲ 2020-21 ਵਿੱਚ ਕੁੱਲ 39,000 ਕਰੋੜ ਰੁਪਏ ਤੋਂ ਜ਼ਿਆਦਾ ਦੀ ਮਨਜ਼ੂਰੀ ਦਿੱਤੀ ਗਈ ਸੀ। ਇਸ ਵਿੱਚ ਸੂਬਿਆਂ ਦੀ ਭਾਈਵਾਲੀ ਨੂੰ ਜੋੜ ਦਿੱਤਾ ਜਾਵੇ ਤਾਂ ਕੁੱਲ 46,000 ਕਰੋੜ ਤੋਂ ਵੀ ਜ਼ਿਆਦਾ ਦੀ ਰਕਮ ਜਾਰੀ ਕੀਤੀ ਗਈ। ਮੰਤਰਾਲੇ ਦੇ ਜਾਰੀ ਅੰਕੜਿਆਂ ਮੁਤਾਬਕ 2014-15 ਤੋਂ ਲੈ ਕੇ ਹੁਣ ਤੱਕ ਵੱਖ-ਵੱਖ ਰਿਹਾਇਸ਼ੀ ਯੋਜਨਾਵਾਂ ਵਿੱਚ ਕੁੱਲ 2 ਕਰੋੜ 10 ਲੱਖ ਪੱਕੇ ਮਕਾਨਾਂ ਦੀ ਵੰਡ ਕੀਤੀ ਜਾ ਚੁੱਕੀ ਹੈ। 2 ਵਾਰ ਕਰੋਨਾ ਵੈਕਸੀਨ ਲਵਾਉਣ ਪਿੱਛੋਂ CID ਅਫਸਰ ਆਏ ਕਰੋਨਾ ਪੌਜ਼ਿਟਿਵ। ਸ੍ਰੀ ਮੁਕਤਸਰ ਸਾਹਿਬ ਦੇ ਸਥਾਨਕ ਆਦੇਸ਼ ਨਗਰ ਵਾਸੀ CID ਅਫਸਰ ਕਰੋਨਾ ਵੈਕਸੀਨ ਦੀਆਂ ਦੋਵੇਂ ਡੋਜ਼ਾਂ ਲਵਾਉਣ ਤੋਂ ਬਾਅਦ ਵੀ ਕਰੋਨਾ ਪੌਜ਼ਿਟਿਵ ਆ ਗਏ ਹਨ। ਫਿਲਹਾਲ ਉਹ ਆਪਣੇ ਘਰ ਵਿੱਚ ਹੀ ਆਈਸੋਲੇਟ ਹਨ। CID ਅਫਸਰ ਨੇ ਦੱਸਿਆ ਕਿ ਉਸਨੇ 16 ਫਰਵਰੀ ਨੂੰ ਪਹਿਲੀ ਤੇ 16 ਮਾਰਚ ਨੂੰ ਦੂਜੀ ਡੋਜ਼ ਲਵਾਈ ਸੀ। ਇਸ ਤੋਂ ਬਾਅਦ 23 ਮਾਰਚ ਨੂੰ ਉਹਨਾਂ ਫਿਰ ਕਰੋਨਾ ਟੈਸਟ ਕਰਵਾਇਆ ਜੋ ਕਿ 26 ਮਾਰਚ ਨੂੰ ਪੌਜ਼ਿਟਿਵ ਆ ਗਿਆ, ਜਿਸ ਤੋਂ ਬਾਅਦ ਉਹਨਾਂ ਨੇ ਖੁਦ ਨੂੰ ਘਰ ਵਿੱਚ ਹੀ ਆਈਸੋਲੇਟ ਕਰ ਲਿਆ ਹੈ। ਕਿਸਾਨ ਅੰਦੋਲਨ ਦੌਰਾਨ ਜਾਨ ਗਵਾਉਣ ਵਾਲੇ ਕਿਸਾਨਾਂ ਲਈ ਸ਼ਹੀਦ ਸਮਾਰਕ ਦੀ ਰੱਖੀ ਨੀਂਹ। ਕੇਂਦਰ ਸਰਕਾਰ ਦੇ 3 ਨਵੇਂ ਖੇਤੀ ਕਾਨੂੰਨਾਂ ਵਿਰੁੱਧ ਪ੍ਰਦਰਸ਼ਨਾਂ ਦੌਰਾਨ ਮਾਰੇ ਗਏ ਕਿਸਾਨਾਂ ਨੂੰ ਸ਼ਰਧਾਂਜਲੀ ਦੇਣ ਲਈ ਭਾਰਤੀ ਕਿਸਾਨ ਯੂਨੀਅਨ ਨੇ ਦਿੱਲੀ ਗਾਜ਼ੀਆਬਾਦ ਸਰਹੱਦ ਤੇ ਸਥਿਤ ਅੰਦੋਲਨ ਵਾਲੀ ਥਾਂ ਤੇ ਸ਼ਹੀਦ ਸਮਾਰਕ ਦੀ ਨੀਂਹ ਰੱਖ ਦਿੱਤੀ। ਭਾਰਤੀ ਕਿਸਾਨ ਯੂਨੀਅਨ ਨੇ ਦਾਅਵਾ ਕੀਤਾ ਕਿ ਸਮਾਜਿਕ ਵਰਕਰ ਖੇਤੀ ਕਾਨੂੰਨਾਂ ਖਿਲਾਫ ਪ੍ਰਦਰਸ਼ਨ ਦੌਰਾਨ ਮਾਰੇ ਗਏ 320 ਕਿਸਾਨਾਂ ਦੇ ਪਿੰਡਾਂ ਤੋਂ ਸਮਾਰਕ ਲਈ ਮਿੱਟੀ ਲੈ ਕੇ ਆਏ ਹਨ। BKU ਦੇ ਮੀਡੀਆ ਮੁਖੀ ਧਰਮਿੰਦਰ ਮਲਿਕ ਨੇ ਕਿਹਾ ਕਿ ਸੁਤੰਤਰਤਾ ਸੰਗਰਾਮ ਦੇ ਸ਼ਹੀਦਾਂ ਦੇ ਪਿੰਡਾਂ ਤੋਂ ਇਕੱਠੀ ਕੀਤੀ ਮਿੱਟੀ ਵੀ ਪ੍ਰਦਰਸ਼ਨ ਵਾਲੀ ਥਾਂ ਤੇ ਲਿਆਂਦੀ ਗਈ। ਇਸ ਪ੍ਰਦਰਸ਼ਨ ਵਾਲੀ ਥਾਂ ਤੇ BKU ਆਗੂ ਰਾਕੇਸ਼ ਟਿਕੈਤ ਤੇ ਸਮਾਜਿਕ ਵਰਕਰ ਮੇਧਾ ਪਾਟਕਰ ਨੇ ਮੰਗਲਵਾਰ ਨੂੰ ਸਮਾਰਕ ਦੀ ਨੀਂਹ ਵੀ ਰੱਖੀ। ਬਾਅਦ ਵਿੱਚ ਇਸ ਸਮਾਰਕ ਨੂੰ ਸਥਾਈ ਤੌਰ ਤੇ ਬਣਾਇਆ ਜਾਵੇਗਾ। ਅੱਗੇ ਭਾਰਤੀ ਕਿਸਾਨ ਯੂਨੀਅਨ ਦੇ ਨੇਤਾ ਰਾਕੇਸ਼ ਟਿਕੈਤ ਨੇ ਕੇਂਦਰ ਸਰਕਾਰ ਨੂੰ ਦੋ ਟੁਕ ਕਿਹਾ ਕਿ ਭਾਵੇਂ ਕੁਝ ਵੀ ਹੋਵੇ ਕਿਸਾਨ ਅੰਦੋਲਨ ਨਹੀਂ ਰੁਕੇਗਾ। ਉਹਨਾਂ ਕਿਹਾ ਕਿ ਸਰਕਾਰ ਕਰੋਨਾ ਦੇ ਨਾਮ ਤੇ ਧਮਕਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਪਰ ਸਾਡਾ ਅੰਦੋਲਨ ਇਸੇ ਤਰ੍ਹਾਂ ਜਾਰੀ ਰਹੇਗਾ। ਚਾਹੇ ਦੇਸ਼ ਵਿੱਚ ਕਰਫਿਊ ਹੋਵੇ ਜਾਂ ਤਾਲਾਬੰਦੀ, ਕਿਸਾਨ ਅੰਦੋਲਨ ਨਿਰੰਤਰ ਜਾਰੀ ਰੱਖਾਂਗੇ। ਹੁਣ ਏਅਰਟੈਲ ਦੇ ਸਹਾਰੇ ਦਿੱਲੀ ਮੁੰਬਈ 'ਚ ਆਪਣੀ ਪੈਠ ਨੂੰ ਮਜ਼ਬੂਤ ਕਰਨ ਜਾ ਰਹੀ ਹੈ ਰਿਲਾਇੰਸ ਜੀਓ। ਕਿਸਾਨ ਅੰਦੋਲਨ ਕਰਕੇ ਪੰਜਾਬ ਵਿੱਚ ਜ਼ਬਰਦਸਤ ਵਿਰੋਧ ਦਾ ਸਾਹਮਣਾ ਕਰਨ ਵਾਲੀ ਰਿਲਾਇੰਸ ਜੀਓ ਹੁਣ ਏਅਰਟੈਲ ਦੇ ਸਹਾਰੇ ਦਿੱਲੀ, ਮੁੰਬਈ ਤੇ ਆਂਧਰਾ ਪ੍ਰਦੇਸ਼ ਵਿੱਚ ਆਪਣੀ ਹੋਂਦ ਨੂੰ ਹੋਰ ਮਜ਼ਬੂਤ ਕਰਨ ਜਾ ਰਹੀ ਹੈ। ਇਸ ਲਈ ਰਿਲਾਇੰਸ ਜੀਓ ਨੇ ਇਹਨਾਂ 3 ਸੂਬਿਆਂ ਦੇ ਟੈਲੀਕਾਮ ਖੇਤਰਾਂ ਵਿੱਚ ਭਾਰਤੀ ਏਅਰਟੈਲ ਤੋਂ 1497 ਕਰੋੜ ਰੁਪਏ ਦੀ ਕੀਮਤ ਦਾ ਸਪੈਕਟਰਮ ਖਰੀਦਣ ਲਈ ਕਰਾਰ ਕੀਤਾ ਹੈ। ਕੰਪਨੀ ਨੇ ਬੀਤੇ ਦਿਨੀ ਇਸ ਦਾ ਐਲਾਨ ਕਰਦਿਆਂ ਦੱਸਿਆ ਕਿ ਦੋਵਾਂ ਦਰਮਿਆਨ ਸਪੈਕਟਰਮ ਕਾਰੋਬਾਰ ਰਾਹੀਂ 800 ਮੈਗਾਹਰਟਜ਼ ਬੈਂਡ ਵਿੱਚ ਸਪੈਕਟਰਮ ਦੇ ਇਸਤੇਮਾਲ ਦਾ ਸਮਝੌਤਾ ਕੀਤਾ ਗਿਆ ਹੈ। ਇਸ ਸਮਝੌਤੇ ਦੇ ਤਹਿਤ ਏਅਰਟੈਲ ਨੂੰ ਜੀਓ ਤੋਂ 1037 ਕਰੋੜ ਰੁਪਏ ਮਿਲਣਗੇ, ਜਦਕਿ ਜੀਓ ਸਪੈਕਟਰਮ ਦੇ ਬਕਾਏ ਦੇ 459 ਕਰੋੜ ਰੁਪਏ ਵੀ ਅਦਾ ਕਰੇਗੀ। ਜੀਓ ਨੇ ਕਿਹਾ ਕਿ ਏਅਰਟੈਲ ਤੋਂ ਸਪੈਕਟਰਮ ਖਰੀਦਣ ਤੋਂ ਬਾਅਦ ਦਿੱਲੀ, ਮੁੰਬਈ ਤੇ ਆਂਧਰਾ ਪ੍ਰਦੇਸ਼ ਵਿੱਚ ਉਹਨਾਂ ਦੀ ਹੋਂਦ ਹੋਰ ਵੀ ਮਜ਼ਬੂਤ ਹੋ ਜਾਵੇਗੀ। ਅਡਾਨੀ ਦੀ ਕੰਪਨੀ ਤੋਂ ਖਫਾ ਨਿਊਜ਼ੀਲੈਂਡ ਦੀ ਗ੍ਰੀਨ ਪਾਰਟੀ। ਨਿਊਜ਼ੀਲੈਂਡ ਦੀ ਗ੍ਰੀਨ ਪਾਰਟੀ ਅਡਾਨੀ ਗਰੁੱਪ ਦੀ ਇੱਕ ਕੰਪਨੀ ਤੋਂ ਬਹੁਤ ਖਫਾ ਹੈ ਜੋ ਕਿ ਫੌਜੀ ਹਕੂਮਤ ਵਾਲੇ ਮੁਲਕ ਮਿਆਂਮਾਰ ਵਿੱਚ ਪੋਰਟ ਬਣਾ ਰਹੀ ਹੈ। ਇਹ ਮਾਮਲਾ ਇਸ ਕਰਕੇ ਸਾਹਮਣੇ ਆਇਆ ਕਿਉਂਕਿ ਨਿਊਜ਼ੀਲੈਂਡ ਦੇ ਸਰਕਾਰੀ ਅਦਾਰੇ ਨਿਊਜ਼ੀਲੈਂਡ ਸੁਪਰ ਫੰਡ ਵੱਲੋਂ ਅਡਾਨੀ ਗਰੁੱਪ ਦੀ ਕੰਪਨੀ ਵਿੱਚ ਨਿਵੇਸ਼ ਕੀਤਾ ਜਾ ਰਿਹਾ ਹੈ। ਇਸ ਵਿੱਚ ਕਿਹਾ ਗਿਆ ਕਿ ਫੌਜੀ ਰਾਜ ਪਲਟੇ ਵਾਲੀ ਸਰਕਾਰ ਦੀ ਦੇਖ-ਰੇਖ ਚੱਲ ਰਹੀ ਦੇਸ਼ ਵਿੱਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੋ ਰਹੀ ਹੈ। ਇਸ ਲਈ ਅਜਿਹੇ ਦੇਸ਼ ਵਿੱਚ ਨਿਊਜ਼ੀਲੈਂਡ ਵੱਲੋਂ ਨਿਵੇਸ਼ ਕੀਤਾ ਜਾਣਾ ਨੈਤਿਕ ਤੌਰ ਤੇ ਗਲਤ ਹੈ। ਨਿਊਜ਼ੀਲੈਂਡ ਦੇ ਸਰਕਾਰੀ ਅਦਾਰੇ ਵੱਲੋਂ ਅਡਾਨੀ ਗਰੁੱਪ ਦੀ ਕੰਪਨੀ ਰਾਹੀਂ ਨਿਵੇਸ਼ ਕੀਤੇ ਜਾਣ ਦੀ ਕਰੜੀ ਆਲੋਚਨਾ ਕੀਤੀ ਗਈ। ਉਹਨਾਂ ਨਿਊਜ਼ੀਲੈਂਡ ਸਰਕਾਰ ਦੇ ਇਸ ਕਦਮ ਨੂੰ ਅਤਿਆਚਾਰੀ ਤੇ ਜੁਰਮ ਦੱਸਿਆ। ਡੈਮੋਕ੍ਰੇਸੀ ਫਾਰ ਮਿਆਂਮਾਰ ਦੀ ਇੱਕ ਔਰਤ ਅਧਿਕਾਰੀ ਦਾ ਵੀ ਮੰਨਣਾ ਹੈ ਕਿ ਨਿਊਜ਼ੀਲੈਂਡ ਦੇ ਸਿਟੀਜ਼ਨ
ਮਿਆਂਮਾਰ 'ਚ ਫੌਜੀ ਸਰਕਾਰ ਦੀ ਮਦਦ ਨਹੀਂ ਕਰਨਗੇ। ਦੋਸਤੋ, ਤੁਹਾਨੂੰ ਦੱਸ ਦਈਏ ਕਿ ਅਡਾਨੀ ਕੰਪਨੀ ਮਿਆਂਮਾਰ ਵਿੱਚ ਪੋਰਟ ਦੀ ਉਸਾਰੀ ਕਰਕੇ ਮਿਆਂਮਾਰ ਦੀ ਇੱਕ ਫੌਜੀ ਕੰਪਨੀ ਨੂੰ ਲੀਜ਼ ਫੀਸ ਦੇ ਰੂਪ ਵਿੱਚ ਲੱਖਾਂ ਡਾਲਰ ਵੀ ਦੇ ਰਹੀ ਹੈ। ਪੰਜਾਬ ਦੇ ਸਿੱਖਿਆ ਮੰਤਰੀ ਦਾ ਵੱਡਾ ਐਲਾਨ, ਨਿੱਜੀ ਸਕੂਲਾਂ ਨੂੰ ਨਹੀਂ ਬੱਚਿਆਂ ਦੀ ਕੋਈ ਚਿੰਤਾ। ਪੰਜਾਬ ਦੇ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਸਮਾਣਾ ਵਿਖੇ ਆਪਣੇ ਪਿਤਾ ਸਵਰਗਵਾਸੀ ਸੰਤ ਰਾਮ ਸਿੰਗਲਾ ਦੀ ਬਰਸੀ ਮੌਕੇ ਸ਼ਰਧਾਂਜਲੀ ਦੇਣ ਦੇ ਮੌਕੇ ਕਿਹਾ ਕਿ ਸਕੂਲ ਖੋਲ੍ਹਣ ਦੀ ਮੰਗ ਕਰ ਰਹੇ ਨਿੱਜੀ ਸਕੂਲ ਵਾਲਿਆਂ ਨੂੰ ਬੱਚਿਆਂ ਦੀ ਚਿੰਤਾ ਨਾ ਹੋ ਕੇ ਆਪਣੀਆਂ ਫੀਸਾਂ ਦੀ ਚਿੰਤਾ ਹੈ, ਜਿਸ ਕਾਰਨ ਉਹ ਸਕੂਲ ਖੋਲ੍ਹਣ ਦਾ ਰੌਲਾ ਪਾ ਰਹੇ ਹਨ। ਪਰ ਪੰਜਾਬ ਸਰਕਾਰ ਨੂੰ ਬੱਚਿਆਂ ਦੀ ਚਿੰਤਾ ਹੈ, ਜਿਸ ਕਾਰਨ ਉਹ ਅਜਿਹੀਆਂ ਧਮਕੀਆਂ ਅੱਗੇ ਝੁਕਣ ਨੂੰ ਤਿਆਰ ਨਹੀਂ ਤੇ ਜਦੋਂ ਤੱਕ ਪੰਜਾਬ ਵਿੱਚ ਕਰੋਨਾ ਮਹਾਮਾਰੀ ਦਾ ਅਸਰ ਘੱਟ ਨਹੀਂ ਹੋ ਜਾਵੇਗਾ, ਉਸ ਸਮੇਂ ਤੱਕ ਸਕੂਲਾਂ ਨੂੰ ਖੋਲ੍ਹਣ ਦਾ ਕੋਈ ਵੀ ਵਿਚਾਰ ਨਹੀਂ। ਅੱਗੇ ਸਿੱਖਿਆ ਮੰਤਰੀ ਨੇ ਕਿਹਾ ਕਿ ਪ੍ਰਾਈਵੇਟ ਸਕੂਲਾਂ ਵਾਲਿਆਂ ਨੂੰ ਆਪਣੀਆਂ ਫੀਸਾਂ ਦਾ ਡਰ ਸਤਾ ਰਿਹਾ ਹੈ। ਉਹਨਾਂ ਨੂੰ ਡਰ ਹੈ ਕਿ ਜੇਕਰ ਸਕੂਲ ਨਾ ਖੁੱਲ੍ਹੇ ਤਾਂ ਉਹਨਾਂ ਦੀਆਂ ਫੀਸਾਂ ਨਹੀਂ ਆਉਣਗੀਆਂ, ਪਰੰਤੂ ਪੰਜਾਬ ਸਰਕਾਰ ਨੂੰ ਬੱਚਿਆਂ ਦੇ ਜੀਵਨ ਦੀ ਚਿੰਤਾ ਹੈ ਤੇ ਉਹ ਕਿਸੇ ਵੀ ਕੀਮਤ ਤੇ ਬੱਚਿਆਂ ਦੀ ਜ਼ਿੰਦਗੀ ਨਾਲ ਖਿਲਵਾੜ ਬਰਦਾਸ਼ਤ ਨਹੀਂ ਕਰੇਗੀ। ਅਰਬਪਤੀਆਂ ਦੇ ਮਾਮਲੇ ਵਿੱਚ ਭਾਰਤ ਦੁਨੀਆ ਵਿੱਚ ਤੀਜਾ ਦੇਸ਼ ਬਣਿਆ। ਫੋਰਬਸ ਮੈਗਜ਼ੀਨ ਦੀ ਤਾਜ਼ਾ ਰਿਪੋਰਟ ਮੁਤਾਬਕ ਦੁਨੀਆ ਵਿੱਚ ਅਮਰੀਕਾ ਤੇ ਚੀਨ ਤੋਂ ਬਾਅਦ ਸਭ ਤੋਂ ਜ਼ਿਆਦਾ ਅਰਬਪਤੀ ਭਾਰਤ ਵਿੱਚ ਹਨ, ਜਦੋਂ ਕਿ ਰਿਲਾਇੰਸ ਇੰਡਸਟਰੀ ਦੇ ਮੁਖੀ ਮੁਕੇਸ਼ ਅੰਬਾਨੀ ਨੇ ਚੀਨੀ ਕਾਰੋਬਾਰੀ ਜੈਕ ਮਾ ਨੂੰ ਪਿੱਛੇ ਛੱਡ ਕੇ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਹੋਣ ਦਾ ਸਥਾਨ ਹਾਸਲ ਕਰ ਲਿਆ। ਉੱਥੇ ਹੀ ਐਮਾਜ਼ੋਨ ਦੇ ਸੀਈਓ ਤੇ ਸੰਸਥਾਪਕ ਜੈਫ ਬੇਜ਼ੋਸ ਲਗਾਤਾਰ ਚੌਥੇ ਸਾਲ ਦੁਨੀਆ ਦੇ ਅਰਬਪਤੀਆਂ ਦੀ ਸਾਲਾਨਾ ਸੂਚੀ ਵਿੱਚ ਪਹਿਲੇ ਸਥਾਨ ਤੇ ਹਨ। ਰਿਪੋਰਟ ਮੁਤਾਬਕ ਬੇਜ਼ੋਸ ਦੀ ਕੁੱਲ ਜਾਇਦਾਦ 177 ਅਰਬ ਡਾਲਰ ਹੈ, ਜੋ ਕਿ ਇੱਕ ਸਾਲ ਪਹਿਲਾਂ 64 ਅਰਬ ਡਾਲਰ ਸੀ। ਇਸ ਸੂਚੀ ਵਿੱਚ ਦੂਜੇ ਸਥਾਨ ਤੇ ਟੈਸਲਾ ਦੇ ਸੀਈਓ ਐਲਨ ਮਸਕ ਹਨ। ਉਹਨਾਂ ਦੀ ਕੁੱਲ ਜਾਇਦਾਦ ਪਿਛਲੇ ਸਾਲ ਦੇ ਮੁਕਾਬਲੇ 126.4 ਅਰਬ ਡਾਲਰ ਵੱਧ ਕੇ 151 ਅਰਬ ਡਾਲਰ ਤੱਕ ਪਹੁੰਚ ਗਈ ਹੈ। ਪਿਛਲੇ ਸਾਲ ਮਸਕ 31ਵੇਂ ਸਥਾਨ ਤੇ ਸਨ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਸ ਦੀ ਮੁੱਖ ਵਜ੍ਹਾ ਟੈਸਲਾ ਦੇ ਸ਼ੇਅਰਾਂ ਵਿੱਚ 705% ਵਾਧਾ ਹੈ। ਭਾਰਤ ਤੇ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਮੁਕੇਸ਼ ਅੰਬਾਨੀ 84.5 ਅਰਬ ਅਮਰੀਕੀ ਡਾਲਰ ਦੀ ਜਾਇਦਾਦ ਨਾਲ ਦੁਨੀਆ ਦੇ ਅਰਬਪਤੀਆਂ ਦੀ ਸੂਚੀ ਵਿੱਚ 10ਵੇਂ ਸਥਾਨ ਤੇ ਪਹੁੰਚ ਗਏ ਹਨ। ਅਮਰਨਾਥ ਯਾਤਰਾ ਤੇ ਸਹੂਲਤਾਂ ਲਈ 11 ਕਰੋੜ ਜਾਰੀ। ਬਾਬਾ ਅਮਰਨਾਥ ਦੀ ਸਾਲਾਨਾ ਯਾਤਰਾ ਨੂੰ ਕਾਮਯਾਬ ਬਣਾਉਣ ਲਈ ਸੂਬਾ ਸਰਕਾਰ ਨੇ 11 ਕਰੋੜ ਰੁਪਏ ਜਾਰੀ ਕੀਤੇ ਹਨ। ਇਸ ਰਕਮ ਨਾਲ ਅਮਰਨਾਥ ਯਾਤਰਾ ਦੌਰਾਨ ਸ਼ਰਧਾਲੂਆਂ ਲਈ ਸਹੂਲਤਾਂ ਦਾ ਇੰਤਜ਼ਾਮ ਕੀਤਾ ਜਾਵੇਗਾ। ਇਸ ਦੌਰਾਨ ਇੱਕ ਹਫ਼ਤੇ ਵਿੱਚ ਹੀ 13,000 ਤੋਂ ਜ਼ਿਆਦਾ ਸ਼ਰਧਾਲੂਆਂ ਨੇ ਅਗਾਊਂ ਰਜਿਸਟ੍ਰੇਸ਼ਨ ਕਰਵਾ ਲਈ ਹੈ। ਇਹ ਰਜਿਸਟ੍ਰੇਸ਼ਨ ਦੇਸ਼ ਭਰ 'ਚ ਚੁਣੀਆਂ ਬੈਂਕਾਂ ਦੀਆਂ ਬ੍ਰਾਂਚਾਂ 'ਚ ਹੋ ਰਹੀ ਹੈ। ਅਮਰਨਾਥ ਯਾਤਰਾ 28 ਜੂਨ ਤੋਂ ਸ਼ੁਰੂ ਹੋ ਰਹੀ ਹੈ। ਇਹ ਯਾਤਰਾ 56 ਦਿਨਾਂ ਦੀ ਹੋਵੇਗੀ। ਇਹ 22 ਅਗਸਤ ਨੂੰ ਰੱਖੜੀ ਵਾਲੇ ਦਿਨ ਸਮਾਪਤ ਹੋ ਜਾਵੇਗੀ। ਸ਼ਰਾਈਨ ਬੋਰਡ ਦਾ ਮੰਨਣਾ ਹੈ ਕਿ ਇਸ ਵਾਰੀ ਕਰੀਬ 6 ਲੱਖ ਸ਼ਰਧਾਲੂ ਯਾਤਰਾ ਤੇ ਆਉਣਗੇ। ਪੌਂਗ ਡੈਮ ਵਿੱਚ ਮਰੇ ਪੰਛੀਆਂ 'ਚ ਮਿਲਿਆ ਬਰਡ ਫਲੂ ਦਾ ਨਵਾਂ ਸਟ੍ਰੇਨ। ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਸਥਿਤ ਪੌਂਗ ਡੈਮ ਵਿੱਚ ਮ੍ਰਿਤਕ ਮਿਲੇ ਵਿਦੇਸ਼ੀ ਪੰਛੀਆਂ 'ਚ ਹੁਣ ਬਰਡ ਫਲੂ ਦਾ ਨਵਾਂ ਸਟ੍ਰੇਨ ਸਾਹਮਣੇ ਆਇਆ ਹੈ। ਇਸ ਦੀ ਪੁਸ਼ਟੀ ਰਾਸ਼ਟਰੀ ਉੱਚ ਸੁਰੱਖਿਆ ਪਸ਼ੂ ਰੋਗ ਇੰਸਟੀਚਿਊਟ ਭੋਪਾਲ ਦੀ ਪ੍ਰਯੋਗਸ਼ਾਲਾ ਤੋਂ ਆਈ ਰਿਪੋਰਟ ਵਿੱਚ ਹੋਈ। ਹਿਮਾਚਲ ਨੇ ਗੁਆਂਢੀ ਸੂਬਿਆਂ ਦੇ ਚੀਫ ਵਾਈਲਡ ਲਾਈਫ ਵਾਰਡਨ ਨੂੰ ਪੱਤਰ ਭੇਜ ਕੇ ਅਲਰਟ ਵੀ ਕਰ ਦਿੱਤਾ ਹੈ। ਪੌਂਗ ਡੈਮ ਖੇਤਰ 'ਚ ਦੂਜੇ ਗੇੜ 'ਚ ਮ੍ਰਿਤਕ ਮਿਲੇ 99 ਪੰਛੀਆਂ ਵਿੱਚ H5N8 ਐਵੀਅਨ ਇਨਫਲੂਐਂਜ਼ਾ ਵਾਇਰਸ ਨਿਕਲਿਆ, ਜਦਕਿ ਪਹਿਲੇ ਗੇੜ ਵਿੱਚ H5N1 ਵਾਇਰਸ ਦੇ ਕਾਰਨ 5,000 ਪੰਛੀਆਂ ਦੀ ਮੌਤ ਹੋਈ ਸੀ। ਪ੍ਰਯੋਗਸ਼ਾਲਾ ਦੇ ਡਾਇਰੈਕਟਰ VP ਸਿੰਘ ਨੇ ਹਿਮਾਚਲ ਦੇ ਮੁੱਖ ਸਕੱਤਰ ਤੇ ਪਸ਼ੂ ਪਾਲਣ ਵਿਭਾਗ ਦੇ ਡਾਇਰੈਕਟਰ ਨੂੰ ਪੱਤਰ ਦੇ ਜ਼ਰੀਏ ਇਸ ਦੀ ਸੂਚਨਾ ਦਿੱਤੀ ਹੈ। ਜੀ ਦੋਸਤੋ, ਸਾਡੇ ਵੱਲੋਂ ਦਿੱਤੀ ਜਾਣਕਾਰੀ ਤੁਹਾਨੂੰ ਕਿੱਦਾਂ ਲੱਗੀ, ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਜੀ। ਸੂਬੇ ਪੰਜਾਬ ਦੀਆਂ ਖਬਰਾਂ ਦੀ ਜਾਣਕਾਰੀ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ। ਸਾਡੇ ਨਾਲ ਬਣੇ ਰਹਿਣ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ।